ਚਾਚਾ ਜੀ ਇੰਸਾਨ ਦੇ ਕਿਰਦਾਰ ਦੇ ਅੰਦਰ ਉਹਦੀ ਗੋਤ ਦਾ ਕੋਈ ਅਸਰ ਹੁੰਦਾ ਹੈ, ਉਹਦੀ ਕੌਮ ਦਾ ਕਬੀਲੇ ਦਾ ਅਸਰ ਹੁੰਦਾ? ਆਪਣੇ ਜੌਹਰ ਦੱਸਣ ਜਦੋਂ ਉਖਲੀ ਗੱਤ ਛੜੇਂਦੀਆਂ ਬਿਲਕੁਲ ਅਸਰ ਹੈ ਪੁੱਤਰਾ, ਅਸਰ ਹੈ। ਮੈਂ ਅਗਰ ਹੁਣ ਚੰਦ ਗੋਤਾਂ ਨੇ ਨਾ ਲਵਾਂ ਤੁਹਾਡੇ ਕੋਲ, ਤੁਸੀਂ ਉਹਨਾਂ ਦੀਆਂ ਹਾਬੀਆਂ ਖੂਬੀਆਂ ਦੱਸੋਗੇ? ਨਹੀਂ, ਇਹ ਮੇਰਾ ਰਾਈਟ ਨਹੀਂ ਬਣਦਾ। ਠੀਕ ਹੈ। ਦੇਖੋ ਅੰਦਰ ਜਿਨ੍ਹਾਂ ਦੇ ਮੰਦਰੇ ਲੇਖ ਹੋਣ, ਗਿਲਾ ਕੰਨ ਮਹਿਮਾਨ ਦਾ ਕੰਮ ਨਹੀਂ, ਮਰਜ ਬੁੱਝ ਕੇ ਦਾਰੂ ਨਾ ਕਰਨਾ ਲਕਮਾਨ ਹਕੀਮ ਦਾ ਕੰਮ ਨਹੀਂ, ਮਾਰੇ ਹਰ ਥਾਂ ਲੋਕ ਮੌਜੂਦ ਹੁੰਦੇ ਨੇ, ਕੋਈ ਅਰਸ਼ ਰਹਿਮਾਨ ਦਾ ਕੰਮ ਨਹੀਂ, ਇੱਕ ਸ਼ਖਸ ਲਈ ਸ਼ਹਿਰ ਨੂੰ ਭਾਂਡੇ ਛੱਡਣ ਵਾਲਾ ਜ਼ਰਫ ਇਨਸਾਨ ਦਾ ਕੰਮ। ਬੇਸ਼ੱਕ, ਕੋਈ ਸ਼ੱਕ ਨਹੀਂ। ਇਹ ਨਹੀਂ ਪਤਾ। ਚੰਗੀ ਗੱਲ ਤਾਂ ਦੱਸੋਗੇ? ਮੈਂ ਦੱਸਣਾ ਜੀ, ਹਰ ਗੋਤ ਵਿੱਚ ਚੰਗੇ ਮਾਰੇ ਲੋਕ ਪਾਏ ਗਏ ਨੇ। ਹੁਣ ਮੈਂ ਨਾਰੂਆਂ ਤੇ ਮੈਂ ਆਖਣਾ ਸੀ ਪੈਗੰਬਰਾਂ ਵਿੱਚੋਂ, ਅਜੇ ਤੱਕ ਦੁੱਖ ਇਸ ਗੱਲ ਦਾ ਪੁੱਤਰਾ ਕਿ ਯੂਨੀਵਰਸਿਟੀਆਂ ਜਗ੍ਹਾ ਜਗ੍ਹਾ ਤੇ ਮਦਰਸੇ ਸਕੂਲ ਅਸੀਂ ਅਜੇ ਤੱਕ ਬਰਾਦਰੀਆਂ ਚੋਂ ਤੇ ਫਿਰਕਿਆਂ ਚੋਂ ਬਾਹਰ ਨਹੀਂ ਆਏ। ਅਜੇ ਤੱਕ ਜਹਾਲਤ ਹੀ ਜਨਮ ਲੈ ਰਹੀ ਹੈ। ਇੱਕ ਮੈਂ ਤੈਨੂੰ ਇੱਕ ਗੱਲ ਦੱਸਾਂ, ਮੈਂ ਕੁਰਾਨ ਤੇ ਹੱਥ ਰੱਖ ਕੇ ਨਾ, ਮੇਰਾ ਬਲਾਲ ਬੰਦੇਸ਼ਾ ਇਸ ਗੱਲ ਦਾ ਗਵਾਹ ਮੈਂ ਪਾਉਣਾ, ਜਦ ਤੱਕ ਤੁਸੀਂ ਆਲੇ ਬੈਤ ਨੂੰ ਨਾ ਪੜ੍ਹਿਆ ਤੁਹਾਡੇ ਤੋਂ ਜਹਾਲਤ ਇਨਸਾਨੀਅਤ ਤੁਹਾਡੇ ਅੰਦਰ ਆ ਹੀ ਨਹੀਂ ਸਕਦੀ। ਤੁਹਾਡੀ ਸੋਹਣੀ ਗੱਲ ਹੈ, ਮੈਂ ਤੁਹਾਡੇ ਨਾਲ 100% ਇਤਫਾਕ ਕਰਨਾ। ਠੀਕ ਹੈ, ਲੇਕਿਨ ਤੁਸੀਂ ਹੁਣ ਕਹਿੰਦੇ ਹੋ ਬੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ 40 ਸਾਲ ਇਨਸਾਨੀਅਤ ਤਬਲੀਗ ਕੀਤੀ, ਮਤਲਬ ਤੇ ਕੱਲ ਦੀ ਬਾਤ ਹੈ ਪੁੱਤ। ਸਭ ਤੋਂ ਪਹਿਲਾਂ ਤੇ ਇਨਸਾਨੀਅਤ ਹੀ, ਜੇ ਤੋਂ ਅਸੀਂ ਬਿਲਕੁਲ ਫਾਰਗ। ਸਾਡੀ ਮੈਂਬਰ ਰਸੂਲ ਤੇ ਇਨਸਾਨੀਅਤ ਨਹੀਂ ਪੜ੍ਹੀ ਜਾਂਦੀ, ਸਾਡੇ ਲੈਕਚਰ ਦੇ ਵਿੱਚ ਕਲਚਰ ਚੋਂ ਕੱਢੀ ਜਾ ਰਹੀ ਹੈ। ਠੀਕ ਹੈ ਬੇਟਾ, ਜਦ ਤੱਕ ਅਸੀਂ ਇਨਸਾਨੀਅਤ ਨਹੀਂ ਪੁੱਤ ਪੜਾਂਗੇ, ਕਿਤਾਬਾਂ ਕੀ ਕਰਨਗੀਆਂ ਪੁੱਤ।